Good morning, grade plus one. I hope you all are well and fit and fine at your home. Class, ਅਸੀਂ ਕਰ ਰਹੇ ਹਾਂ ਤੁਹਾਡੀ ਪਾਠ ਪੁਸਤਕ ਕਾਵ ਰੰਗ ਵਿੱਚੋਂ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦ। ਬੱਚੇ, ਅਸੀਂ ਪਹਿਲਾ ਸ਼ਬਦ ਗੁਰੂ ਗੋਬਿੰਦ ਸਿੰਘ ਜੀ ਦਾ ਦੇ ਸ਼ਿਵਾ ਵਰ ਮੋਏ ਇਸ ਦੀ ਪ੍ਰਸੰਗ ਸਾਹਿਤ ਵਿਆਖਿਆ ਕੀਤੀ ਸੀ। ਅੱਜ ਬੱਚੇ ਅਸੀਂ ਪ੍ਰਸੰਗ ਸਾਹਿਤ ਵਿਆਖਿਆ ਕਰਾਂਗੇ ਗੁਰੂ ਜੀ ਦੇ ਦੂਜੇ ਸ਼ਬਦ ਦੀ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਆਓ ਅਸੀਂ ਹੁਣ ਕਰੀਏ ਪ੍ਰਸੰਗ ਸਾਹਿਤ ਵਿਆਖਿਆ ਗੁਰੂ ਜੀ ਦੇ ਸ਼ਬਦ ਦੀ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਬੱਚੇ, ਇਹ ਗੁਰੂ ਗੋਬਿੰਦ ਸਿੰਘ ਜੀ ਦਾ ਰਚਿਤ ਕੀਤਾ ਗਿਆ ਸ਼ਬਦ ਹੈ ਤੇ ਇਸ ਵਿੱਚ ਬੱਚੇ ਸਭ ਤੋਂ ਪਹਿਲਾਂ ਤੁਸੀਂ ਪ੍ਰਸੰਗ ਨੂੰ ਕਿਸ ਤਰ੍ਹਾਂ ਲਿਖਣਾ, ਆਓ ਅਸੀਂ ਉਸ ਬਾਰੇ ਪਹਿਲੋਂ ਜਾਣਕਾਰੀ ਹਾਸਲ ਕਰੀਏ। ਇਹ ਕਾਵ ਸਤਰਾ ਕਾਵ ਰੰਗ ਪਾਠ ਪੁਸਤਕ ਵਿੱਚ ਦਰਜ ਗੁਰੂ ਗੋਬਿੰਦ ਸਿੰਘ ਦੁਆਰਾ ਉਚਾਰਨ ਕੀਤੇ ਸ਼ਬਦ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਵਿੱਚੋਂ ਲਈਆਂ ਗਈਆਂ ਹਨ। ਇਸ ਵਿੱਚ ਗੁਰੂ ਜੀ ਨੇ ਪਰਮਾਤਮਾ ਦੇ ਵਿਯੋਗ ਵਿੱਚ ਆਪਣੀ ਹਾਲਤ ਨੂੰ ਬਿਆਨ ਕੀਤਾ ਹੈ। ਪਰਮਾਤਮਾ ਦੇ ਵਿਯੋਗ, ਉਹਨਾਂ ਨੂੰ ਪਰਮਾਤਮਾ ਵਿਯੋਗ ਦੀ ਜਿਹੜੀ ਹੈ ਉਹਨਾਂ ਦੀ ਜਿਹੜੀ ਸਿਚੁਏਸ਼ਨ ਬਣੀ ਹੋਈ ਹੈ ਉਸ ਨੂੰ ਉਹਨਾਂ ਨੇ ਬਿਆਨ ਕੀਤਾ ਹੈ। ਇਹ ਸ਼ਬਦ ਗੁਰੂ ਜੀ ਨੇ ਮਾਛੀਵਾੜੀ ਦੇ ਜੰਗਲਾਂ ਵਿੱਚ ਉਚਾਰਿਆ ਸੀ। ਜਦੋਂ ਚਮਕੌਰ ਦੀ ਗਲੀ ਵਿੱਚ ਵੱਡੇ ਸਾਹਿਬਜ਼ਾਦੇ ਸ਼ਹੀਦੀ ਪ੍ਰਾਪਤ ਕਰ ਗਏ ਤਾਂ ਰਾਤ ਵੇਲੇ 5 ਪਿਆਰਿਆਂ ਨੇ ਗੁਰੂ ਜੀ ਨੂੰ ਚਮਕੌਰ ਦਾ ਕਿਲਾ ਛੱਡਣ ਦਾ ਹੁਕਮ ਦਿੱਤਾ। ਪੰਥ ਦਾ ਹੁਕਮ ਮੰਨ ਕੇ ਗੁਰੂ ਜੀ ਤੁਰਦੇ ਹੋਏ ਮਾਛੀਵਾੜੇ ਦੇ ਜੰਗਲਾਂ ਵਿੱਚ ਪਹੁੰਚ ਗਏ। ਉੱਥੋਂ 2 ਦਿਨ ਭੁੱਖਣ ਭਾਣੇ ਰਹੇ ਤੇ ਪੁੰਜੇ ਹੀ ਢੀਮ ਦਾ ਸਿਰਹਾਣਾ ਲੈ ਕੇ ਵਿਸ਼ਰਾਮ ਆਰਾਮ ਕੀਤਾ। ਆਓ ਹੁਣ ਅਸੀਂ ਬੱਚੇ ਕਰੀਏ ਇਸ ਦੀ ਵਿਆਖਿਆ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਮਿੱਤਰ ਪਿਆਰੇ ਨੂੰ ਭਾਵ ਪਰਮਾਤਮਾ ਨੂੰ। ਮੁਰੀਦ ਕੌਣ? ਚੇਲੇ। ਮੁਰੀਦ ਪਰਮਾਤਮਾ ਨੂੰ, ਮੁਰੀਦ ਮਤਲਬ ਚੇਲੇ ਨੇ। ਚੇਲੇ ਦਾ ਆਪਣਾ ਹਾਲ ਬਿਆਨ ਕਰਨਾ। ਇਹ ਸਤਰਾਂ ਵਿੱਚ ਗੁਰੂ ਜੀ ਫਰਮਾਉਂਦੇ ਹਨ ਕਿ ਪਰਮਾਤਮਾ ਦੇ ਵਿਯੋਗ ਵਿੱਚ ਆਪਣੇ ਦਿਲ ਦੀ ਵਿਵਸਥਾ ਬਾਰੇ ਦੱਸਦੇ ਨੇ ਕਿ ਕੋਈ ਮੇਰਾ ਮਿੱਤਰ ਪਿਆਰਾ ਪ੍ਰੀਤਮ ਪਰਮਾਤਮਾ ਉਸ ਦੇ ਮੁਰੀਦ ਚੇਲੇ ਦੀ ਦਾਸਤਾਨ ਸੁਣੇ ਲਵੇ। ਤੁਧ ਬਿਨ ਰੋਗ ਰਜਾਈਆਂ ਦਾ ਓਡਨ, ਨਾਗ ਨਿਵਾਸਾਂ ਦਾ ਰਹਿਣਾ। ਇਸ ਵਿੱਚ ਉਹ ਆਪਣੀ ਦਾਸਤਾਂ ਦੱਸਦੇ ਹੋਏ ਪਰਮਾਤਮਾ ਨੂੰ ਕਹਿੰਦੇ ਹਨ ਕਿ ਜੋ ਉਸ ਦੀ ਯਾਦ ਤੇ ਉਸ ਦੇ ਵਿਛੋੜੇ ਵਿੱਚ ਤੜਫ ਰਿਹਾ ਹੈ, ਪਰਮਾਤਮਾ ਦੀ ਉਹ ਯਾਦ ਤੇ ਵਿਛੋੜੇ ਵਿੱਚ ਤੜਫ ਰਹੇ ਹਨ। ਪਰਮਾਤਮਾ ਦੇ ਮਿਲਾਪ ਤੋਂ ਬਿਨਾਂ ਉਹਨਾਂ ਨੂੰ ਕੁਝ ਵੀ ਨਹੀਂ ਚੰਗਾ ਲੱਗਦਾ। ਉਸ ਨੂੰ ਜ਼ਿੰਦਗੀ ਦੇ ਸੁਖ ਆਰਾਮ ਚੈਨ ਕਰ ਰਹੇ ਹਨ। ਉਸ ਨੂੰ ਜ਼ਿੰਦਗੀ ਦੇ ਸੁਖ ਆਰਾਮ ਬੇਚੈਨ ਕਰ ਰਹੇ ਹਨ। ਉਸ ਦੇ ਵਿਛੋੜੇ ਵਿੱਚ ਰਜਾਈਆਂ ਲੈ ਕੇ ਸੁੱਖ ਦਾ ਸੋਣਾ ਨਹੀਂ ਚੰਗਾ ਲੱਗਦਾ, ਉਹਨੂੰ ਇੱਕ ਬਿਮਾਰੀ ਵਰਗਾ ਲੱਗਦਾ ਹੈ। ਇਸ ਤਰ੍ਹਾਂ ਜਾਪਦਾ ਹੈ ਜਿਵੇਂ ਮੈਂ ਨਾਗਾਂ ਦੇ ਨਾਲ ਰਹਿ ਰਿਹਾ ਹਾਂ, ਭਾਵ ਜ਼ਿੰਦਗੀ ਦੇ ਸੁੱਖ ਆਰਾਮ ਜਿਹੜੇ ਆ ਉਹਨਾਂ ਨੂੰ ਚੰਗੇ ਨਹੀਂ ਲੱਗਦੇ। ਠੀਕ ਹੈ ਬੱਚੇ। ਸੂਲ ਸੁਰਾਹੀ ਖੰਜਲ ਪਿਆਲਾ ਬਿੰਗ ਕਸਾਈਆਂ ਦਾ ਸੈਣਾ। ਬੱਚੇ, ਇਹਦੇ ਵਿੱਚ ਸੂਲ ਭਾਵ ਕੰਡਾ, ਖੰਜਰ ਭਾਵ ਤਿੱਖਾ ਹਥਿਆਰ, ਬਿੰਗ ਹਲਾਲ ਕੀਤੇ ਜਾਣ ਵੇਲੇ ਬੱਕਰੇ ਤੇ ਹੁੰਦੇ ਜ਼ੁਲਮ, ਕਸਾਈ ਜਿਹੜਾ ਬੱਕਰੇ ਨੂੰ ਹਲਾਲ ਕਰਨ ਵਾਲਾ ਹੁੰਦਾ ਹੈ। ਇਹਦੇ ਵਿੱਚ ਗੁਰੂ ਜੀ ਫਰਮਾਉਂਦੇ ਨੇ ਪਰਮਾਤਮਾ ਦੇ ਵਿਛੋੜੇ ਵਿੱਚ
ਐਸ਼ ਪ੍ਰਸਤ ਜ਼ਿੰਦਗੀ ਵੀ ਬਹੁਤ ਜ਼ਿਆਦਾ ਦੁੱਖ ਦੇ ਰਹੀ ਹੈ ਉਹਨਾਂ ਨੂੰ। ਜੇ ਪਰਮਾਤਮਾ ਦੀ ਪ੍ਰਾਪਤੀ ਨਹੀਂ, ਜੇ ਪਰਮਾਤਮਾ ਉਹਨਾਂ ਤੋਂ ਰੁੱਸ ਗਿਆ ਹੈ, ਪਰਮਾਤਮਾ ਉਹਨਾਂ ਤੋਂ ਵਿਛੜ ਗਿਆ, ਵਿਛੋੜੇ ਦੀ ਅਵਸਥਾ ਦੇ ਵਿੱਚ ਉਹ ਕਹਿੰਦੇ ਨੇ ਕਿ ਉਹਨਾਂ ਨੂੰ ਕੋਈ ਵੀ ਐਸ਼ ਪ੍ਰਸਤੀ ਵਾਲੀ ਜਿਹੜਾ ਜੀਵਨ ਆ ਉਹ ਚੰਗਾ ਨਹੀਂ ਲੱਗਦਾ, ਉਹ ਉਹਨਾਂ ਨੂੰ ਦੁੱਖ ਦੇ ਰਿਹਾ ਹੈ। ਸੁਰਾਹੀਆਂ ਤੇ ਪਿਆਲੇ ਉਹਨਾਂ ਨੂੰ ਸੂਲਾਂ ਤੇ ਖੰਜਰ ਵਰਗੇ ਲੱਗਦੇ ਹਨ। ਸੁਰਾਹੀਆਂ ਮੀਨਸ ਬੱਚੇ ਜਿਹੜੇ ਪੀਣ ਵਾਲੀਆਂ ਸੁਰਾਹੀਆਂ ਨਹੀਂ ਹੁੰਦੀਆਂ, ਪਤਲੀਆਂ ਪਤਲੀਆਂ ਲੰਬੀਆਂ ਲੰਬੀਆਂ ਲਾਈਕ ਜੱਗ ਦੀ ਤਰ੍ਹਾਂ। ਪਿਆਲੇ ਕੋਲੀਆਂ, ਗਲਾਸ ਮੀਨਸ ਕੋਲੀਆਂ ਲਾਈਕ, ਉਹ ਵੀ ਉਹਨਾਂ ਨੂੰ ਸੂਲ ਤੇ ਖੰਜਰ ਵਰਗੇ ਲੱਗਦੇ ਹਨ। ਪਰਮਾਤਮਾ ਨਾਲੋਂ ਵੱਖ ਹੋ ਕੇ ਉਹਨਾਂ ਨੂੰ ਇਵੇਂ ਲੱਗਦਾ ਹੈ ਜਿਵੇਂ ਕੋਈ ਬੱਕਰਾ ਕਸਾਈ ਵੱਲੋਂ ਹਲਾਲ ਕੀਤਾ ਜਾਣਾ ਹੋਵੇ। ਭਾਵ ਉਹਨਾਂ ਨੂੰ ਆਪਣੀ ਹਾਲਤ ਉਸ ਬੱਕਰੇ ਵਰਗੀ ਲੱਗ ਰਹੀ ਹੈ ਜਿਸ ਨੂੰ ਕਸਾਈਆਂ ਵੱਲੋਂ ਹਲਾਲ ਕੀਤੇ ਜਾਣ ਤੋਂ ਪਹਿਲਾਂ ਜ਼ੁਲਮ ਕੀਤੇ ਜਾਂਦੇ ਹਨ। ਜਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ। ਇਹਦੇ ਵਿੱਚ ਸਭ ਤੋਂ ਪਹਿਲਾਂ ਜਾਰੜੇ ਮਤਲਬ ਜਾਰੜੇ ਮਿੱਤਰ ਨੂੰ ਕਹਿਣਾ ਹੈ, ਠੀਕ ਹੈ। ਸੱਥਰ ਭਾਵ ਪੁੱਜੇ ਹੋਏ, ਪੁੰਜੇ ਵਿਛੇ ਹੋਏ, ਪੁੰਜੇ ਵਿਛੇ ਹੋਏ ਮਤਲਬ ਕੋਈ ਵੀ ਪੁੰਜੇ ਹੋਈ ਵਿਛਾਈ ਹੋਈ ਚਾਦਰ, ਉਹੀ। ਭੱਠ ਤਪਦੀ ਹੋਈ ਭੱਠੀ, ਖੇੜਿਆਂ ਖੁਸ਼ੀ ਜਾਂ ਆਰਾਮ, ਠੀਕ ਹੈ ਜੀ। ਖੇੜਿਆਂ ਐਸ਼ ਆਰਾਮ। ਹੁਣ ਇਹ ਕਹਿੰਦਾ ਹੈ ਜਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ। ਇਹਦੇ ਵਿੱਚ ਉਹ ਗੁਰੂ ਜੀ ਫਰਮਾਉਂਦੇ ਨੇ ਕਿ ਮੈਨੂੰ ਦੁਨਿਆਵੀ ਐਸ਼ ਪ੍ਰਸਤੀ ਜ਼ਿੰਦਗੀ ਨਹੀਂ ਚਾਹੀਦੀ, ਮੈਨੂੰ ਤਾਂ ਤੇਰੇ ਪ੍ਰੀਤਮ ਪਿਆਰੇ ਪ੍ਰਭੂ ਦਾ ਦੀਦਾਰ ਤੇ ਉਸ ਦਾ ਮੇਲ ਮਿਲਾਪ ਹੀ ਚਾਹੀਦਾ ਹੈ। ਉਸ ਵੱਲੋਂ ਦਿੱਤਾ ਹੋਇਆ ਸੱਥਰ ਹੀ ਮੈਨੂੰ ਚੰਗਾ ਹੈ, ਕਿਉਂਕਿ ਪਰਮਾਤਮਾ ਤੋਂ ਬਿਨਾਂ ਮੈਨੂੰ ਇਹ ਦੁਨਿਆਵੀ ਐਸ਼ੋ ਆਰਾਮ ਤੇ ਖੁਸ਼ੀਆਂ ਵੀ ਨਹੀਂ ਚੰਗੀਆਂ ਲੱਗਦੀਆਂ। ਇਹ ਮੈਨੂੰ ਤਪਦੀ ਹੋਈ ਭੱਠੀ ਵਰਗੀਆਂ ਲੱਗਦੀਆਂ ਹਨ ਜੋ ਕਿ ਮੈਨੂੰ ਖੁਸ਼ੀ ਨਹੀਂ ਦਿੰਦੀਆਂ। ਮੈਨੂੰ ਅਜਿਹੀ ਖੁਸ਼ੀ ਨੂੰ ਪ੍ਰਵਾਨ ਨਹੀਂ, ਮੈਂ ਅਜਿਹੀਆਂ ਖੁਸ਼ੀਆਂ ਨੂੰ ਪ੍ਰਵਾਨ ਨਹੀਂ ਕਰ ਸਕਦਾ। ਤੇ ਉਹ ਆਪਣੇ ਇਸ ਅਵਸਥਾ ਨੂੰ ਬੱਚੇ ਨੈਕਸਟ ਉਹਨਾਂ ਦਾ ਜਿਹੜਾ ਸ਼ਬਦ ਹੈ ਰੇਮਨ ਐਸੋ ਕਰ ਸੰਨਿਆਸਾ। ਇਹਦੇ ਵਿੱਚ ਬੱਚੇ ਉਹਨਾਂ ਨੇ ਪਰਮਾਤਮਾ ਦੀ ਪ੍ਰਾਪਤੀ ਦੇ ਬਾਰੇ ਦੱਸਿਆ ਹੈ ਕਿ ਅਸੀਂ ਸੰਨਿਆਸੀ ਵਾਲਾ ਰੂਪ ਧਾਰਨ ਕਰਕੇ ਕਿਵੇਂ ਪਰਮਾਤਮਾ ਪ੍ਰਾਪਤ ਕਰ ਸਕਦੇ ਹਾਂ। ਇਸ ਦੇ ਵਿੱਚ ਬੱਚੇ ਪ੍ਰਸੰਗ ਸਾਹਿਤ ਵਿਆਖਿਆ ਵਿੱਚ ਉਸੇ ਹੀ ਤਰ੍ਹਾਂ ਤੁਸੀਂ ਲਿਖੋਗੇ ਕਿ ਇਹ ਕਾਵ ਸਤਰਾਂ ਪੰਜਾਬੀ ਰੰਗ ਪਾਠ ਪੁਸਤਕ ਵਿੱਚ ਦਰਜ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਉਚਾਰਨ ਕੀਤੇ ਹੋਏ ਸ਼ਬਦ ਰੇ ਮਨ ਐਸੋ ਕਰ ਸੰਨਿਆਸਾ ਵਿੱਚੋਂ ਲਈਆਂ ਗਈਆਂ ਹਨ। ਇਸ ਸ਼ਬਦ ਵਿੱਚ ਗੁਰੂ ਜੀ ਨੇ ਪਰਮਾਤਮਾ ਨੂੰ ਪਾਉਣ ਦਾ ਤਰੀਕਾ ਸਮਝਾਇਆ ਹੈ। ਵਿਚਾਰਾਂ ਨੂੰ ਸਪਸ਼ਟ ਕਰਨ ਲਈ ਜੋਗ ਸ਼ਬਦਾਵਲੀ ਨੂੰ ਆਧਾਰ ਬਣਾਇਆ ਹੈ। ਜੋਗੀ ਦੀ ਜਿਹੜੀ ਸ਼ਬਦਾਵਲੀ ਆ ਉਹਨਾਂ ਨੂੰ ਉਹਨੇ ਬੇਸ ਲੈ ਕੇ ਪਰਮਾਤਮਾ ਦੀ ਪ੍ਰਾਪਤੀ ਦਾ ਰਾਹ ਦੱਸਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਨਾਲ ਅਸੀਂ ਆਪਣੇ ਪ੍ਰਭੂ ਪਰਮਾਤਮਾ ਨੂੰ ਪ੍ਰਾਪਤ ਕਰ ਸਕੀਏ। ਸਭ ਤੋਂ ਪਹਿਲਾਂ ਬੱਚੇ ਇਸ ਦੇ ਵਿੱਚ ਰੇ ਮਨ ਐਸੋ ਕਰ ਸੰਨਿਆਸਾ। ਸੰਨਿਆਸ ਮੀਨਸ ਜੋਗ, ਜੋਗੀ ਸੰਨਿਆਸ ਲੈ ਲੈਂਦੇ ਨਾ, ਘਰਾਂ ਚ ਬਾਹਰ ਚਲੇ ਜਾਂਦੇ ਸੰਨਿਆਸਾ, ਇਸ ਤਰ੍ਹਾਂ ਦਾ ਕਹਿੰਦੇ ਤੂੰ ਕਰ ਜਿਵੇਂ ਜੋਗੀ ਸੰਨਿਆਸਾ ਲੈਂਦੇ ਹਨ। ਇਹਦੇ ਚ ਗੁਰੂ ਜੀ ਆਪਣੇ ਮਨ ਨੂੰ ਸੰਬੋਧਿਤ ਕਰਕੇ ਮਨੁੱਖ ਨੂੰ ਸਮਝਾ ਰਹੇ ਹਨ, ਹੇ ਮਨ, ਜੇ ਤੂੰ ਪਰਮਾਤਮਾ ਨੂੰ ਪਾਉਣ ਲਈ ਜੋਗ ਧਾਰਨ ਕਰਨਾ ਚਾਹੁੰਦਾ ਹੈ, ਬਨ ਸੇ ਬਦਨ ਸਬੇ ਕਰ ਮੁਝਹੁ ਮਨ ਹੀ ਮਾਂ ਉਦਾਸਾ ਰਹਾਓ। ਰਹਾਓ ਮੀਨਸ ਠਹਿਰਾਓ। ਰਹਾਓ ਦਾ ਭਾਵ ਕੀ ਹੁੰਦਾ ਹੈ? ਉੱਥੇ ਠਹਿਰਾਵ ਆਉਂਦਾ ਹੈ। ਠੀਕ ਹੈ ਬੱਚੇ। ਸੇ ਸਦਨ, बन से सदन सबे मुझो से सदन, सदन मतलब सारी दुनिया, उदासा जोग। ठीक है जी। ਇਹਦੇ ਵਿੱਚ ਉਹ ਕਹਿੰਦੇ ਨੇ
कि जे तू जोगी धारण करना चाहता है तो केवल बाहरी दिखावे वाला जोगी वाला भेस ना धारण कर। ठीक है ना। सगों एहो जिहा जोग धारण कर जो सारी दुनिया नूं ही तू जंगल समझ लै ते हर था परमात्मा वसे नूं जान लै। कि मन लै कि हर थां ही जंगल है जिथे तू गृहस्थी जीवन जी रहा है ते हर थां इत्थे तैनूं किते ना किते परमात्मा दी प्राप्ति हो जानी है। ठीक है जी। भाव जोगियां वाला पहरावा धारण करके जंगल जाने की लोड़ नहीं है। ठीक है। जंगलों विच जाके असी परमात्मा की जे प्राप्ति करनी है तो भी अपने घरोगी जीवन विच रह के भी असी परमात्मा की प्राप्ति कर सकते हैं। संसार विच रह के मन नूं योग साधना नाल जोड़ सकते हैं। असी मन लईए कि असी योग साधना दे अंदर ही रहने हाँ, जोगी हाँ। असी जंगल दे विच रहने हैं, उत्थे ही असी अपने परमात्मा की प्राप्ति कर सकते हाँ। क्योंकि गुरु साहिबाना ने सानू जोगी बनन दी सिक्ख्या नहीं दी। उन्होंने सानू गृहस्थी जीवन दे विच ही रह के प्रभु परमात्मा की प्राप्ति का राह दस्या है। जत की जटा जोग को मंजन नेम के नखन बढ़ाओ। ज्ञान गुरु आत्म उपदेशों नाम विभूत लगाओ। इहदे विच सब तो पहले बच्चे जत उच्चा आचरण अपना करैक्टर जिहड़ा उच्चा। जटावां मीनस तुहानूं पता ना बाल जिहड़े जटावां बनियां होंदियां। जोग दा मतलब है कि जोड़ना। मंजन इशनान नेम नित जिहड़ा करने वाला हुंदा है। नेम अनुशासन भी कह सकते हैं। आपां नित अनुशासन च ही रहने। साडी जिंदगी दा एक पार्ट है अनुशासन। भावें असी सानू पता लगे कि ना लगे असी इत्थे अनुशासन दिखा रहे हैं, पर सानू शुरू तो ही एक अनुशासन सिखाया जाता है। टाइम नाल उठना, टाइम नाल सोना, टाइम नाल खाना। बाकी गल छड्डो, वड्डियां दा जदों असी कहना मनदे हाँ, हर एक चीज़ नूं सही थां ते रखदे हाँ, हर अपना काम करन लई आ साडे अंदरों मन आवाज़ आउंदी है। ये सारा कुछ बच्चा अनुशासन दे अंदर ही आउंदा है। अनुशासन होएगा तो तुसी सही ढंग नाल हर काम करन दे लई काबिल होवोगे। नखन भाव नो बढ़ाओ वधना। उपदेशो सिक्ख्या विभूत में सवाह जिहड़ी जोगियां ने मिली हुंदी है। ਇਹਦੇ ਵਿੱਚ ਗੁਰੂ ਜੀ ਸਮਝਾਉਂਦੇ ਹਨ ਕਿ ਸੱਚਾ ਯੋਗ ਧਾਰਨ ਕਰਨ ਲਈ ਬਾਹਰੀ ਜਟਾਵਾਂ ਦੀ ਲੋੜ ਨਹੀਂ। ठीक है ना। अपने उच्चे आचरण नूं ही जटावां समझ लो। अपना करैक्टर इन्ना वधिया रखो कि उन्हों ही अपनियां जटावां समझ लो। परमात्मा दे मेल लई ठीक है ना, सुरत लगा के मन नूं इकागर करके, मन नूं बच्चे इकागर करके एक सार करके एक सुरत करके अनुशासन विच रहना। फिर अपने मन नूं ਉਹ ਸਿੱਖਿਆ ਦੇ जो गुरु ਵੱਲੋਂ ਦਿੱਤੇ ਗਿਆਨ ਬਖਸ਼ਿਆ ਹੈ। ਗੁਰੂਆਂ ਦੇ ਗਿਆਨ ਰਾਹੀਂ ਆਤਮਾ ਨੂੰ ਸੁਰੱਖਿਅਤ ਕਰਨਾ। ਆਪਣੇ ਸਰੀਰ ਦੇ ਉੱਤੇ ਨਾਮ ਦੀ ਭੂਤੀ ਲਾਣਾ। परमात्मा ਦਾ ਸਿਮਰਨ ਇੰਨਾ ਕਰਨਾ ਕਿ ਸਾਡੇ ਸਰੀਰ ਦੇ ਉੱਤੇ ਉਹਦੇ परमात्मा प्रभु परमात्मा ਦੀ ਭੂਤੀ आ जाए। ठीक है बच्चे। हाँ जी, अगे बच्चे है अल्प आहार सुलभ सी निंद्रा। ਇਹਦੇ ਵਿੱਚ गुरु जी दसदे ने सच्चे जोगी नियमां बारे क्या है कि उन कहते ने कि थोड़ा खाना घट सोना चाहिए है। अल्प आहार सुलभ सी निंद्रा। अल्प मीन्स थोड़ा, आहार भोजन, सुलभ
ਘੱਟ ਨਿੰਦਰਾ ਸੋਣਾ, ਸਾਨੂੰ ਥੋੜਾ ਸੋਣਾ ਤੇ ਥੋੜਾ ਖਾਣਾ ਚਾਹੀਦਾ ਹੈ। ਦਇਆ ਸ਼ਿਮਾ ਤਨ ਪ੍ਰੀਤ, ਸ਼ੀਤਲ ਸੰਤੋਖ ਸਦਾ ਨਿਰਬਾਹੋ। ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਲੋੜਵੰਦਾਂ ਤੇ ਸਾਨੂੰ ਦਇਆ ਕਰਨੀ ਚਾਹੀਦੀ ਹੈ, ਦੂਜਿਆਂ ਨੂੰ ਮਾਫ ਕਰਨਾ ਚਾਹੀਦਾ ਹੈ। ਹੈ ਵੋ त्रिगुण अतीत, काम क्रोध अहंकार लोभ हठ मोह न मन सो लाभ हो, तब ही आत्म तत् को दर्शे परम पुरख कह पावे। ਇਹਦੇ ਵਿੱਚ ਉਹ ਕਹਿੰਦੇ ਨੇ ਨੇਕੀ ਸ਼ਿਸ਼ਟਾਚਾਰ ਤੇ ਸਰਬ ਸੰਤੋਖ ਵਾਲਾ ਜੀਵਨ ਬਤੀਤ ਕਰਦੇ ਹੋਏ ਮਾਇਆ ਦੇ ਤਿੰਨਾਂ ਗੁਣਾਂ ਤੋਂ ਨਿਰਲੇਪ ਰਹਿਣਾ। ਮਾਇਆ ਦੇ मोह लोभ मोह हंकार इन्हां तो अलग रहना। काम क्रोध लोभ मोह हंकार आदि बच्चे विकारां नूं मन दे उत्ते हावी नहीं होण देना चाहिए, तां ही परमात्मा उस नूं वेख सकदा है। जे असीं लोभ मोह हंकार दे विच डुੱਬੇ ਰਹੇ ਤਾਂ परमात्मा सानूं देख ही नहीं पाएगा ਤੇ ਸਾਨੂੰ ਪਰਮਾਤਮਾ ਪ੍ਰਾਪਤ ਤਾਂ ਹੀ ਹੋ ਸਕਦਾ ਹੈ ਜੇ ਅਸੀਂ ਇਹਨਾਂ ਸਾਰਿਆਂ ਤੋਂ ਉੱਪਰ ਉੱਠਾਂਗੇ ਤਾਂ ਪਰਮਾਤਮਾ ਸਾਨੂੰ ਦੇਖੇਗਾ। ਜੇ ਅਸੀਂ ਇਹ ਚੀਜ਼ਾਂ ਦੇ ਵਿੱਚ ਲੋਭ ਮੋਹ ਹੰਕਾਰ ਦੇ ਵਿੱਚ ਡੁੱਬੇ ਹੀ ਰਹੇ ਤਾਂ ਪਰਮਾਤਮਾ ਦੀ ਪ੍ਰਾਪਤੀ ਕਦੇ ਨਹੀਂ ਹੋਏਗੀ। ਸਾਨੂੰ ਆਪਣੇ ਆਪ ਨੂੰ ਇਹ ਚੀਜ਼ਾਂ ਤੋਂ ਉੱਚਾ ਉਠਾਣਾ ਪਵੇਗਾ ਤੇ ਉਸ ਪਰਮਾਤਮਾ ਦੀ ਮਹਿਮਾ ਸੁਣ ਸਕਦੇ ਹਾਂ ਤੇ ਉਹ ਉਸ ਪਰਮਾਤਮਾ ਦੀ ਮਹਿਮਾ ਸੁਣਾ ਸਕਦਾ ਹੈ। ਦੇ ਵਿੱਚ ਪਰਮਾਤਮਾ ਦੀ ਪ੍ਰਾਪਤੀ ਸਾਨੂੰ ਤਾਂ ਹੀ ਹੋ ਸਕਦੀ ਹੈ ਬੱਚੇ ਜੇ ਅਸੀਂ ਆਪਣਾ ਆਚਰਣ ਉੱਚਾ ਰੱਖੀਏ, ਲੋਭ ਮੋਹ ਹੰਕਾਰ ਤੋਂ ਅਸੀਂ ਦੂਰ ਰਹੀਏ ਤੇ ਸਾਰਿਆਂ ਨਾਲ ਅਸੀਂ ਜਿਹੜਾ ਹੈ ਦਇਆ ਵਾਲਾ ਦੂਜਿਆਂ ਲੋੜਵੰਦਾਂ ਦੀ ਉੱਤੇ ਦਇਆ ਕਰ ਸਕੀਏ, ਦੂਜਿਆਂ ਨੂੰ ਅਸੀਂ ਮਾਫ ਕਰ ਸਕੀਏ। ਇਸ ਤਰ੍ਹਾਂ ਦੀ ਜੇ ਅਸੀਂ ਨੀਤੀ ਅਪਣਾਈਏ। ਠੀਕ ਹੈ ਬੱਚੇ, ਥੈਂਕ ਯੂ, ਹੈਵ ਅ ਨਾਈਸ ਡੇ।